ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਵੈ ਸੁਆਮੀ ਮਾਨਸ ਕੀ ਗਤ ਏਹੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। हर रंग में हमको मिलते हैं वो बाबा नानक शाहे गुरु। सब संगत शीस निभाए कहो मेरे मन हो ना बिसरे वाहेगुरु। हर रंग में हमको मिलते हैं वो बाबा नानक शाहे गुरु। सब संगत शीस निभाए कहो मेरे मन हो ना विसरे वाहेगुरु। सतनाम श्री वाहिगुरु साहिब जी। साहिब मेरा उजला जी को चित करे नानक सोई सेविया सदा सदा जो दे। साहिब मेरा उजला जी को चित करे। वाहेगुरु जी का खालसा वाहेगुरु जी की फतेह। परम सन्मानयोग सतगुरां दी साजी निवाजी गुरु रूप गुरु खालसा गुरु संगत जीओ। ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ
ਪਰਮੇਸ਼ਰ ਵਾਹਿਗੁਰੂ ਜੀ ਦੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰੂ ਸਾਹਿਬਾਨ ਜੀ ਦੀ ਮਹਾਨ ਕਿਰਪਾ ਹੋ ਰਹੀ ਹੈ। ਜੋ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜੋ ਪਾਵਨ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜੇ ਹੋਏ ਨੇ, ਸੁੰਦਰ ਦੀਵਾਨਾਂ ਦੇ ਅੰਦਰ ਪਾਵਨ ਪਵਿੱਤਰ ਗੁਰੂ ਕੀ ਬਾਣੀ ਗੁਰਸਿੱਖਾਂ ਦੇ ਪਾਸੋਂ ਪੜ੍ਹੀ ਪੜ੍ਹਾਈ ਗਈ। ਉਸ ਤੋਂ ਉਪਰੰਤ ਗੁਰੂ ਘਰ ਦੇ ਪ੍ਰੇਮੀ ਗੁਰਸਿੱਖਾਂ ਵੱਲੋਂ ਧਾਰਨਾ ਰੂਪ ਦੇ ਅੰਦਰ ਸ੍ਰੀ ਆਸਾ ਜੀ ਕੀ ਵਾਰ ਦੇ ਜੋ ਮਹਾਨ ਧਾਰਨਾ ਰੂਪ ਕੀਰਤਨ ਆਪਾਂ ਪਾਵਨ ਰਸਨਾ ਤੋਂ ਸ਼ਰਵਣ ਕੀਤੇ ਹਨ। ਹੁਣ ਜਿਸ ਪ੍ਰਕਾਰ ਹਰ ਰੋਜ਼ ਪਾਵਨ ਪਵਿੱਤਰ ਗੁਰੂ ਕੀ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ, ਜਿਸ ਨੂੰ ਪਾਵਨ ਗੁਰਬਾਣੀ ਦੇ ਅੰਦਰ ਇਹਨਾਂ ਤਖੱਲਸਾਂ ਦੇ ਨਾਲ ਵਰਣਨ ਕੀਤਾ ਹੈ। ਕਿਉਂਕਿ ਸੰਸਾਰ ਦੇ ਅੰਦਰ ਕੋਈ ਵੀ ਮਨੁੱਖ ਹੈ, ਇੱਕ ਤਾਂ ਉਸ ਦਾ ਆਪ ਦਾ ਨਾਮ ਹੁੰਦਾ ਹੈ ਔਰ ਦੂਸਰਾ ਉਸ ਦਾ ਕੋਈ ਨਾ ਕੋਈ ਛੋਟਾ ਨਾਮ ਹੁੰਦਾ ਹੈ, ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਨਿਕਨੇਮ ਆਖ ਦਿੰਦੇ ਹਾਂ। ਇਸ ਪ੍ਰਕਾਰ ਹੀ ਪਾਵਨ ਜਿਹੜੀ ਗੁਰਬਾਣੀ ਹੈ, ਇਸ ਦੇ ਵੀ ਬਹੁਤ ਮਹਾਨ ਤਖੱਲਸ ਗੁਰਬਾਣੀ ਦੇ ਅੰਦਰ ਹੀ ਵਰਣਨ ਕੀਤੇ ਹੋਏ ਨੇ। ਜਿੱਦਾਂ ਆਪਾਂ ਇਹ ਪਾਵਨ ਪੰਕਤੀਆਂ ਪੜ੍ਹਦੇ ਹਾਂ ਕਿ ਇੱਕ ਇਹ ਬਾਣੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਇੰਨੀ ਪੰਕਤੀ ਹੈ, ਇੰਨੇ ਸ਼ਬਦ ਹਨ ਕਿ ਧੁਰ ਕੀ ਬਾਣੀ, ਇਹ ਪਾਵਨ ਪਵਿੱਤਰ ਗੁਰਬਾਣੀ ਦਾ ਤਖੱਲਸ ਹੈ। ਤੇ ਉਸ ਤੋਂ ਬਾਅਦ ਜਿਵੇਂ ਆਪਾਂ ਪਾਵਨ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਪੜ੍ਹਦੇ ਹਾਂ ਕਿ ਇਹ ਜਿਹੜੀ ਖਸਮ ਦੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ। ਇਸ ਨੂੰ ਖਸਮ ਦੀ ਬਾਣੀ ਦਾ ਵੀ ਤਖੱਲਸ ਮਿਲਿਆ ਹੋਇਆ ਹੈ। ਸੋ ਐਸੀ ਮਹਾਨ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਜੋ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ, ਅੱਜ ਦਾਸ ਨੂੰ ਹੁਕਮ ਹੋਇਆ। ਸੋ ਜਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੀ ਹੋਈ ਮਤ ਬੁੱਧੀ ਦੇ ਅਨੁਸਾਰ ਜਿਸ ਪ੍ਰਕਾਰ ਅੱਗੇ ਜੋ ਕਥਾ ਵਿਚਾਰ ਆ ਰਹੀ ਹੈ, ਉਸ ਨੂੰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਮੇਰਾ ਉਜਲਾ ਜੀ ਕੋ ਚਿਤ ਕਰੇ। ਇਸ ਪਾਵਨ ਗੁਰਬਾਣੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ। ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਨ ਕਰਦਿਆਂ ਹੋਇਆਂ ਕਿ ਉਹ ਪਰਮੇਸ਼ਰ ਵਾਹਿਗੁਰੂ ਦੇ ਅੰਦਰ ਕਿਹੜੇ ਕਿਹੜੇ ਗੁਣ ਹਨ। ਚਾਹੇ ਆਪਾਂ ਪਾਵਨ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲੈਣਾ ਕਰੀਏ, ਜਾਂ ਆਦਿ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲੈਣਾ ਕਰੀਏ, ਇਹਨਾਂ ਮਹਾਨ ਗ੍ਰੰਥਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੇ ਅੰਦਰ ਕਿਹੜੀਆਂ ਕਿਹੜੀਆਂ ਵਡਿਆਈਆਂ ਹਨ, ਕਿਹੜੇ ਕਿਹੜੇ ਗੁਣ ਹਨ, ਉਹਨਾਂ ਨੂੰ ਭਰਪੂਰ ਮਾਤਰਾ ਦੇ ਅੰਦਰ ਬਹੁ ਗਿਣਤੀ ਦੇ ਅੰਦਰ ਵਰਣਨ ਕੀਤਾ ਹੋਇਆ ਹੈ। ਜਿਵੇਂ ਆਪਾਂ ਮੂਲ ਮੰਤਰ ਸ਼ੁਰੂ ਦੇ ਵਿੱਚ ਪੜ੍ਹਦੇ ਹਾਂ ਕਿ ਉਹ ਪਰਮੇਸ਼ਰ ਵਾਹਿਗੁਰੂ ਇੱਕ ਓੰਕਾਰ ਹੈ, ਭਾਵ ਇੱਕ ਉਹ ਅਦੁੱਤੀ ਸਰੂਪ ਹੈ। ਅਦੁੱਤੀ ਸਰੂਪ ਉਸ ਨੂੰ ਆਖਿਆ ਜਾਂਦਾ ਹੈ ਜਿਸ ਦੇ ਵਰਗਾ ਕੋਈ ਨਾ ਹੋਵੇ। ਜਿਵੇਂ ਸੰਸਾਰ ਦੇ ਅੰਦਰ ਇੱਕ ਮਨੁੱਖ ਦੇ ਵਰਗਾ ਉਸ ਦੀ ਕੋਈ ਨਾ ਕੋਈ ਹੋਰ ਮਨੁੱਖ ਦੀ ਜਾਤੀ ਪਾਈ ਜਾਂਦੀ ਹੈ, ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਇੱਕ ਅਦੁੱਤੀ ਸਰੂਪ ਹੈ। ਇੱਦਾਂ ਮੂਲ ਮੰਤਰ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਦੇ ਹੀ ਗੁਣਾਂ ਦਾ ਵਰਣਨ ਕੀਤਾ ਹੋਇਆ ਹੈ।
ਉਸ ਤੋਂ ਬਾਅਦ ਪਾਵਨ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਆਉਂਦੇ ਨੇ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਐਸਾ ਵੀ ਪਰਮੇਸ਼ਰ ਵਾਹਿਗੁਰੂ ਬਲੀ ਹੈ, ਗੁਣਾ ਵਾਲਾ ਹੈ ਕਿ ਜੇ ਉਹ ਚਾਹੇ ਜਿੱਥੇ ਬੜੇ ਬੜੇ ਥਲ ਮਾਰੂ ਥਲ ਹਨ, ਉੱਥੇ ਪਰਮੇਸ਼ਰ ਵਾਹਿਗੁਰੂ ਜਿਹੜੇ ਸਮੁੰਦਰ ਹਨ, ਪਹਾੜ ਹਨ, ਉਹਨਾਂ ਨੂੰ ਪੈਦਾ ਕਰ ਸਕਦਾ ਹੈ। ਤੇ ਇਸੇ ਪ੍ਰਕਾਰ ਹੀ ਗੁਰਬਾਣੀ ਦੇ ਅੰਦਰ ਬੇਅੰਤ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਕੀਤਾ ਹੋਇਆ ਹੈ। ਇੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਕਿ ਸਾਹਿਬ ਪਰਮੇਸ਼ਰ ਵਾਹਿਗੁਰੂ ਕੈਸਾ ਹੈ। ਸਾਹਿਬ ਮੇਰਾ ਉਜਲਾ, ਉਜਲਾ ਤੋਂ ਭਾਵ ਹੈ ਨਿਰਮਲ। ਸੰਸਾਰ ਦੇ ਅੰਦਰ ਚਾਹੇ ਕੋਈ ਵੀ ਵਸਤੂ ਹੈ, ਉਹ ਕਦੇ ਨਾ ਕਦੇ ਮਲੀਨ ਹੋ ਹੀ ਜਾਂਦੀ ਹੈ। ਜਿਵੇਂ ਆਪਾਂ ਸ੍ਰੀ ਜਪਜੀ ਸਾਹਿਬ ਦੇ ਅੰਦਰ ਇਹ ਬਚਨ ਪੜ੍ਹਦੇ ਹਾਂ ਕਿ ਭਰੀ ਹੈ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਭਾਵ ਜਿਹੜਾ ਕੱਪੜਾ ਲੀੜਾ ਹੈ ਉਹ ਤਾਂ ਗੰਦਾ ਹੋਣਾ ਹੀ ਹੋਣਾ ਹੈ। ਸਾਡੀ ਜਿਹੜੀ ਬੁੱਧੀ ਹੈ, ਸਾਡਾ ਜਿਹੜਾ ਮਨ ਹੈ, ਇਹ ਵੀ ਮਲੀਨ ਹੈ। ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਦਾ ਕੈਸਾ ਰੂਪ ਹੈ, ਉਹ ਹੈ ਉਜਲਾ, ਭਾਵ ਨਿਰਮਲ ਹੈ। ਨਿਰ ਦਾ ਅਰਥ ਹੁੰਦਾ ਹੈ ਨਿਖੇਧੀ ਵਾਚਕ ਰਹਿਤ, ਤੇ ਮਲ ਦਾ ਅਰਥ ਹੁੰਦਾ ਹੈ, ਉੱਦਾਂ ਕਈ ਵਿਦਵਾਨ ਮਲ ਦਾ ਅਰਥ ਪਾਪ ਵੀ ਕਰਦੇ ਨੇ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਪਾਪਾਂ ਪੁੰਨਾਂ ਤੋਂ ਰਹਿਤ ਹੈ। ਕਿਉਂਕਿ ਕਈ ਵਾਰ ਸਾਡੇ ਮਨਾਂ ਦੇ ਅੰਦਰ ਇਹ ਸਵਾਲ ਆਉਂਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਗਰੀਬਾਂ ਨੂੰ ਕਿਉਂ ਇੰਨਾ ਦੁਖੀ ਕਰਦਾ ਹੈ, ਜਾਂ ਜਿਨ੍ਹਾਂ ਦੇ ਉੱਪਰ ਸਰੀਰਕ ਕਸ਼ਟ ਆਉਂਦੇ ਨੇ, ਐਸਾ ਕਿਉਂ ਪਰਮੇਸ਼ਰ ਵਾਹਿਗੁਰੂ ਕਰਦਾ ਹੈ। ਪਰ ਜਦੋਂ ਅਸੀਂ ਵਿਸ਼ਾਲ ਬੁੱਧੀ ਦੇ ਨਾਲ ਵਿਚਾਰ ਕਰਕੇ ਦੇਖਦੇ ਹਾਂ ਤੇ ਉਸ ਵੇਲੇ ਸਾਡੇ ਸਾਹਮਣੇ ਇਹ ਸੂਖਮ ਵਿਚਾਰ ਸਾਹਮਣੇ ਆਉਂਦੀ ਹੈ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਆਪ ਤਾਂ ਨਿਰਮਲ ਹੈ, ਪਰ ਜਿਹੜਾ ਜੀਵ ਹੈ, ਜਿਹੜਾ ਮਨੁੱਖ ਹੈ, ਇਹ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਪ੍ਰਾਪਤ ਕਰਦਾ ਹੈ। ਜਿਵੇਂ ਜਿਵੇਂ ਕਿਸੇ ਦੇ ਕਰਮ ਨੇ, ਉਵੇਂ ਦਾ ਉਸ ਨੂੰ ਜਿਹੜਾ ਸੁੱਖ ਔਰ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਜੇ ਇਹ ਚੀਜ਼ ਨਾ ਹੋਵੇ ਤਾਂ ਇਹ ਬਚਨ ਨਹੀਂ ਲਿਖਣੇ ਸਨ ਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਇਹ ਪਰਮੇਸ਼ਰ ਵਾਹਿਗੁਰੂ ਜੀਓ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਤੁਹਾਡੇ ਸਰੂਪ ਦੇ ਨਾਲੋਂ ਵਿਛੜ ਗਏ ਹਾਂ। ਕਰ ਕਿਰਪਾ ਮੇਲੋ ਰਾਮ। ਸਾਨੂੰ ਆਪਣਾ ਕਿਰਪਾ ਰੂਪੀ ਹੱਥ ਸਾਡੇ ਸਿਰ ਦੇ ਉੱਪਰ ਰੱਖ ਕਰਕੇ ਸਾਨੂੰ ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲੈਣਾ ਕਰੋ। ਇਸ ਲਈ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਸਾਡੇ ਕੀਤੇ ਹੋਏ ਪਾਪ ਔਰ ਪੁੰਨਾਂ ਦਾ ਲੇਖਾ ਜੋਖਾ ਦਿੰਦਾ ਹੈ, ਪਰ ਉਹ ਆਪ ਇੱਕ ਨਿਰਮਲ ਸਰੂਪ ਹੈ। ਜਿਵੇਂ ਵਿਦਵਾਨ ਪੁਰਸ਼ ਉਦਾਹਰਨ ਦਿੰਦੇ ਹੁੰਦੇ ਨੇ, ਕਹਿੰਦੇ ਕਿ ਜਿਵੇਂ ਦੋ ਕਮਰਿਆਂ ਦੇ ਵਿੱਚ ਲਾਈਟ ਜਗਦੀ ਹੋਵੇ, ਇੱਕ ਕਮਰੇ ਦੇ ਵਿੱਚ ਕੋਈ ਗੁਰਬਾਣੀ ਪੜ੍ਹ ਰਿਹਾ ਹੋਵੇ, ਦੂਸਰੇ ਕਮਰੇ ਦੇ ਵਿੱਚ ਕੋਈ ਜਿਹੜੇ ਗੰਦੇ ਨਾਵਲ ਹਨ, ਭੈੜੀਆਂ ਚੀਜ਼ਾਂ ਹਨ, ਉਹਨਾਂ ਨੂੰ ਪੜ੍ਹ ਰਿਹਾ ਹੋਵੇ। ਪਰ ਉੱਥੇ ਕਹਿੰਦੇ ਕਿ ਜਿਹੜੀ ਲਾਈਟ ਹੈ ਉਸ ਦਾ ਕੋਈ ਵੀ ਦੋਸ਼ ਨਹੀਂ, ਉਹ ਸਿਰਫ ਆਪਣਾ ਕੰਮ ਕਰ ਰਹੀ ਹੈ। ਕਿ ਜਦੋਂ ਕੋਈ ਗੁਰਬਾਣੀ ਪੜ੍ਹਦਾ ਹੈ ਉਸ ਨੂੰ ਵੀ ਰੋਸ਼ਨੀ ਦਿੰਦੀ ਹੈ, ਤੇ ਜਦੋਂ ਕੋਈ ਮਾੜਾ ਕਰਮ ਕਰਦਾ ਹੈ ਜਾਂ ਕੋਈ ਮਾੜੀਆਂ ਜਿਹੜੇ ਨਾਵਲ ਨਾਟਕ ਹਨ ਉਹਨਾਂ ਨੂੰ ਪੜ੍ਹਦੇ ਹਨ, ਉਹਨਾਂ ਨੂੰ ਵੀ ਰੋਸ਼ਨੀ ਦਿੰਦਾ ਹੈ। ਪਰ ਜਿਹੜੀ ਲਾਈਟ ਹੈ ਉਹ ਆਪਦੇ ਵਿੱਚ ਨਿਰਮਲ ਹੈ। ਉਹ ਨਾ ਤਾਂ ਪਾਪ ਦੇ ਵਿੱਚ ਹੈ, ਨਾ ਹੀ ਪੁੰਨ ਦੇ ਵਿੱਚ ਹੈ। ਉਸੇ ਪ੍ਰਕਾਰ ਹੀ ਜਿਹੜੀ ਸਾਡੀ ਆਤਮਾ ਹੈ, ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਵਿਸ਼ਾਲ ਅੰਸ਼ ਹੈ, ਉਹ ਵੀ ਨਿਰਮਲ ਹੈ ਤੇ ਪਰਮੇਸ਼ਰ ਵਾਹਿਗੁਰੂ ਵੀ ਨਿਰਮਲ ਹੈ। ਕਿਉਂਕਿ ਉਹ ਸਾਨੂੰ ਆਪਣੀ ਜਿਹੜੀ ਜੀਵ ਰੂਪ ਸੱਤਾ ਹੈ ਉਹ ਦੇ ਕੇ ਸਾਨੂੰ ਚਲਾਉਣ ਵਾਲਾ ਹੈ।
ਇਸ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਕਿ ਸਾਹਿਬ ਮੇਰਾ ਉਜਲਾ। ਵਿਦਵਾਨ ਪੁਰਸ਼ ਸਾਹਿਬ ਦਾ ਇਹ ਵੀ ਅਰਥ ਕਰਦੇ ਹਨ ਕਿ ਸਾ ਮੈਨੇ ਸਾਰਿਆਂ ਦੇ, ਹੇ ਮੈਨੇ ਹਿਰਦੇ ਦੇ ਅੰਦਰ ਬਸਣ ਵਾਲਾ। ਜੋ ਸਾਰਿਆਂ ਦੇ ਹਿਰਦੇ ਦੇ ਵਿੱਚ ਬਸਦਾ ਹੋਵੇ, ਸੁਭਾਏਮਾਨ ਹੋਵੇ, ਉਸ ਨੂੰ ਆਖਿਆ ਜਾਂਦਾ ਹੈ ਪਰਮੇਸ਼ਰ। ਤੇ ਪਰਮੇਸ਼ਰ ਵਾਹਿਗੁਰੂ ਉਜਲ ਸਰੂਪ ਹੈ। ਜੇ ਕੋ ਚਿੱਤ ਕਰੇ, ਅੱਗੇ ਬਚਨ ਉਚਾਰਨ ਕਰਦੇ ਹਨ ਕਿ ਜਿਹੜਾ ਵੀ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਉਚਾਰਨ ਕਰਦਾ ਹੈ, ਚਾਹੇ ਪਾਵਨ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਆਏ ਨੇ ਕਿ ਜਿਹੜੀ ਗੁਰਬਾਣੀ ਹੈ ਇਸ ਨੂੰ ਅਸੀਂ ਪੜ੍ਹ ਸੁਣ ਸਕਦੇ ਹਾਂ, ਪਰ ਜੇ ਸਾਡੇ ਮਨ ਦੇ ਅੰਦਰ ਇਹ ਧਾਰਨਾ ਆ ਜਾਵੇ ਕਿ ਅਸੀਂ ਗੁਰਬਾਣੀ ਦਾ ਅੰਤ ਪਾ ਲਵਾਂਗੇ ਜਾਂ ਅਸੀਂ ਪਰਮੇਸ਼ਰ ਦਾ ਅੰਤ ਪਾ ਲਵਾਂਗੇ, ਤੇ ਉਸ ਦੀ ਬਾਬਤ ਵੀ ਹਦਾਇਤ ਕੀਤੀ ਹੋਈ ਹੈ ਕਿ ਅਨੰਤ ਕੋ ਚਾਹਣ ਜੋ ਗਏ, ਸੇ ਆਏ ਅਨੰਤ ਗਵਾਏ। ਜਿਹੜੇ ਮਨੁੱਖ ਪਰਮੇਸ਼ਰ ਵਾਹਿਗੁਰੂ ਦਾ ਅੰਤ ਪਾਉਣ ਦੇ ਲਈ ਤੁਰੇ ਸਨ, ਉਹ ਅਖੀਰ ਦੇ ਵਿੱਚ ਆਪਦਾ ਹੀ ਅੰਤ ਕਰ ਲੈਂਦੇ ਨੇ। ਭਾਵ ਜਾਂ ਤਾਂ ਉਹ ਨਾਸ਼ਵਾਨ ਹੋ ਜਾਂਦੇ ਨੇ, ਜੇ ਅੰਤ ਪਾ ਵੀ ਲੈਣ ਤੇ ਫਿਰ ਗੂੰਗੇ ਦੀ ਮਠਿਆਈ ਵਰਗੀ ਉਹਨਾਂ ਦੀ ਹਾਲਤ ਬਣ ਜਾਂਦੀ ਹੈ। ਭਾਵ ਜਿਵੇਂ ਇੱਕ ਗੂੰਗਾ ਮਨੁੱਖ ਗੁੜ ਦਾ ਸਵਾਦ ਚੱਖ ਤਾਂ ਸਕਦਾ ਹੈ ਪਰ ਦੱਸ ਨਹੀਂ ਸਕਦਾ। ਇਸ ਲਈ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ, ਜਿਹੜਾ ਵੀ ਉਸ ਨੂੰ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦੇ ਰਾਹੀਂ ਪਰਮੇਸ਼ਰ ਨੂੰ ਯਾਦ ਕਰਦਾ ਹੈ, ਉਹ ਵੀ ਪਰਮੇਸ਼ਰ ਵਾਹਿਗੁਰੂ ਦੇ ਵਾਂਗ ਹੀ ਉਜਲ ਸਰੂਪ ਵਾਲਾ ਹੋ ਜਾਂਦਾ ਹੈ। ਨਾਨਕ ਸੋਈ ਸੇਵੀਐ ਸਦਾ ਸਦਾ ਜੋਤੀ। ਇਸ ਲਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਕਿ ਐਸਾ ਜਿਹੜਾ ਗੁਣਾਂ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਸ ਦੇ ਗੁਣਾਂ ਨੂੰ ਹੀ ਸੇਵੀਐ। ਸੇਵੀਐ ਤੋਂ ਭਾਵ ਹੈ ਜਪਨਾ ਕਰੀਏ। ਕਿਉਂਕਿ ਸਦਾ ਸਦਾ ਜੋ ਦੇ, ਉਹ ਸਾਨੂੰ ਹਮੇਸ਼ਾ ਹਮੇਸ਼ਾ ਦਾਤਾਂ ਦੇਣ ਵਾਲਾ ਹੈ। ਜਦੋਂ ਅਸੀਂ ਸੰਸਾਰ ਦੇ ਵੱਲ ਵੇਖਦੇ ਹਾਂ, ਕੋਈ ਸਾਡੀ ਇੱਕ ਦਿਨ ਸਹਾਇਤਾ ਕਰ ਸਕਦਾ ਹੈ, ਕੋਈ ਬਹੁਤਾ ਪ੍ਰੇਮ ਵਾਲਾ ਹੋਵੇ ਸਾਡੀ ਮਹੀਨਾ ਸਹਾਇਤਾ ਕਰ ਲੈਂਦਾ ਹੈ, ਕੋਈ ਬਹੁਤਾ ਕਰੀਬੀ ਹੋਵੇ ਸਾਨੂੰ 6 ਮਹੀਨੇ ਸਾਡੀ ਸਹਾਇਤਾ ਕਰ ਲਵੇਗਾ। ਪਰ ਮਨੁੱਖ ਕੋਈ ਵੀ ਦਾਨ ਦੇ ਕਰਕੇ ਉਸ ਨੂੰ ਜਨਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਫਲਾਣੇ ਸਮੇਂ ਤੈਨੂੰ ਇਹ ਵਸਤੂ ਦਿੱਤੀ ਸੀ, ਫਲਾਣੇ ਸਮੇਂ ਮੈਂ ਤੇਰੀ ਇਹ ਸਹਾਇਤਾ ਕੀਤੀ ਸੀ। ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਜਿਹੜੇ ਕਾਮੀ ਪੁਰਸ਼ ਹਨ, ਮਾੜੇ ਲੋਕ ਹਨ, ਉਹਨਾਂ ਨੂੰ ਹੀ ਪਰਮੇਸ਼ਰ ਵਾਹਿਗੁਰੂ ਆਪਣੀਆਂ ਦਾਤਾਂ ਦੇਣ ਵਾਲਾ ਹੈ, ਤੇ ਜਿਹੜੇ ਕੋਈ ਧਰਮੀ ਲੋਕ ਹਨ ਉਹਨਾਂ ਨੂੰ ਵੀ ਦਾਤਾਂ ਦੇਣ ਵਾਲਾ ਹੈ। ਫਿਰ ਜਿਹੜਾ ਦਾਨ ਹੈ ਉਹ ਇੱਕ ਅੱਧੇ ਦਿਨ ਨਹੀਂ ਦਿੰਦਾ, ਸਦਾ ਸਦਾ ਜੋ ਦੇ, ਉਹ ਹਮੇਸ਼ਾ ਹਮੇਸ਼ਾ ਹੀ ਜੀਵਾਂ ਨੂੰ ਜਿਹੜੀ ਰੋਜੀ ਰੋਟੀ ਹੈ, ਜਿਹੜੇ ਸਵਾਸ ਹਨ, ਉਹ ਦੇਣ ਵਾਲਾ ਹੈ। ਜਿਵੇਂ ਕਈ ਵਾਰ ਅਸੀਂ ਇਹ ਵੀ ਕਿਸੇ ਦੇ ਮੁਖ ਤੋਂ ਬਚਨ ਸੁਣਦੇ ਹਾਂ ਕਿ ਮੈਨੂੰ ਪਰਮੇਸ਼ਰ ਵਾਹਿਗੁਰੂ ਨੇ ਕੀ ਦਿੱਤਾ ਹੈ, ਤੇ ਅਸੀਂ ਜਦੋਂ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਕਿ ਜਿਹੜੀਆਂ ਇਹ ਬੇਸ਼ਕੀਮਤੀ ਅੱਖਾਂ ਹਨ, ਸਾਡਾ ਨੱਕ ਮੂੰਹ ਹੈ, ਇਹ ਕਿਹੜਾ ਅਸੀਂ ਪਰਮੇਸ਼ਰ ਵਾਹਿਗੁਰੂ ਨੂੰ ਪੈਸੇ ਦੇ ਕੇ ਲਿਆ ਹੈ। ਤੇ ਚਲੋ ਇਹ ਚੀਜ਼ਾਂ ਤਾਂ ਸਾਨੂੰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ, ਜੇ ਕੋਈ ਸਾਡੀ ਅੱਖ ਖਰਾਬ ਹੋ ਜਾਵੇ ਤੇ ਅਸੀਂ ਨਵੀਂ ਪਵਾ ਸਕਦੇ ਹਾਂ, ਪਰ ਜਿਹੜੇ ਸਵਾਸ ਹਨ ਉਹ ਤਾਂ ਸਾਨੂੰ ਕਿਸੇ ਵੀ ਕੀਮਤ ਦੇ ਉੱਪਰ ਮਿਲ ਨਹੀਂ ਸਕਦੇ। ਇਸ ਲਈ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਸਦਾ ਸਦਾ ਜੋ ਦੇ, ਜਿਹੜਾ ਹਮੇਸ਼ਾ ਹਮੇਸ਼ਾ ਸਾਡੇ ਜਨਮ ਤੋਂ ਲੈ ਕਰਕੇ ਸਾਡੀ ਮੌਤ ਤੱਕ ਸਾਨੂੰ ਦਾਤਾਂ ਦੇਣ ਵਾਲਾ ਹੈ, ਉਸੇ ਹੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਨਾ ਕਰੀਏ। ਨਾਨਕ ਸੋਈ ਸੇਵੀਐ ਜਿਤ ਸੇਵੀਐ ਤੁਧ
ਜਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬਚਨ ਉਚਾਰਨ ਕਰਦੇ ਹਨ ਕਿ ਐਸੇ ਹੀ ਪਰਮੇਸ਼ਰ ਵਾਹਿਗੁਰੂ ਨੂੰ ਸੇਵੀਏ, ਯਾਦ ਕਰੀਏ ਜਾਂ ਸੇਵਨਾ ਕਰੀਏ। ਜਿਤ ਸੇਵਿਆ ਦੁਖ ਜਾਏ, ਜਿਸ ਨੂੰ ਸੇਵਨੇ ਕਰਕੇ ਜਪਨੇ ਕਰਕੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਸੰਸਾਰ ਦੇ ਅੰਦਰ ਚਾਹੇ ਕੋਈ ਵੀ ਪ੍ਰਾਣੀ ਹੈ, ਚਾਹੇ ਕੋਈ ਜਾਨਵਰ ਹੈ, ਚਾਹੇ ਕੋਈ ਪੰਛੀ ਹੈ, ਸਾਰਿਆਂ ਦੀ ਇੱਕੋ ਇੱਛਾ ਹੁੰਦੀ ਹੈ ਕਿ ਮੈਨੂੰ ਸੁੱਖ ਪ੍ਰਾਪਤ ਹੋ ਜਾਵੇ। ਪਰ ਸਾਡੇ ਵਿੱਚ ਇੱਕ ਬਹੁਤ ਵੱਡੀ ਕਮੀ ਇੱਕ ਆ ਚੁੱਕੀ ਹੈ ਕਿ ਮਨੁੱਖ ਉਸ ਜਗ੍ਹਾ ਤੋਂ ਸੁੱਖ ਭਾਲਦਾ ਹੈ ਜਿੱਥੇ ਸੁੱਖ ਹੈ ਹੀ ਨਹੀਂ। ਜਿਵੇਂ ਵਿਦਵਾਨ ਪੁਰਸ਼ ਇੱਕ ਬਹੁਤ ਸੁੰਦਰ ਉਦਾਹਰਨ ਸਾਖੀ ਦੇ ਰਾਹੀਂ ਦਿੰਦੇ ਹਨ ਕਿ ਇੱਕ ਵਾਰ ਬਹੁਤ ਬਜ਼ੁਰਗ ਮਾਈ ਸੀ। ਉਸ ਮਾਈ ਦੀ ਘਰ ਦੇ ਅੰਦਰ ਇੱਕ ਸੂਈ ਗਵਾਚ ਗਈ। ਅੱਖਾਂ ਤੋਂ ਬਹੁਤ ਘੱਟ ਦਿਸਦਾ ਸੀ। ਉਹ ਆਪਣੇ ਹੱਥਾਂ ਦੇ ਨਾਲ ਉਸ ਸੂਈ ਨੂੰ ਟਾਉਣ ਲੱਗੀ ਤੇ ਲੱਭਦਿਆਂ ਲੱਭਦਿਆਂ ਘਰ ਤੋਂ ਬਾਹਰ ਆ ਗਈ ਕਿ ਸ਼ਾਇਦ ਕਿਤੇ ਬਾਹਰ ਨਾ ਹੋਵੇ। ਇੰਨੇ ਨੂੰ ਕੋਈ ਰਸਤੇ ਦੇ ਵਿੱਚੋਂ ਗੁਜ਼ਰਦਾ ਹੋਇਆ ਕੋਈ ਮਨੁੱਖ ਆਇਆ ਤੇ ਉਸ ਮਨੁੱਖ ਨੇ ਉਸ ਮਾਈ ਨੂੰ ਆਖਿਆ ਕਿ ਇਹ ਮਾਤਾ ਤੇਰਾ ਕੀ ਗਵਾਚਿਆ ਹੈ? ਤੇ ਉਹ ਮਾਤਾ ਆਖਣ ਲੱਗੀ ਕਿ ਮੇਰੀ ਸੂਈ ਗਵਾਚੀ ਹੈ, ਤੂੰ ਲੱਭ ਦੇਣਾ ਕਰ। ਉਸ ਮਨੁੱਖ ਨੇ ਆਖਿਆ ਕਿ ਤੇਰੀ ਸੂਈ ਕਿੱਥੇ ਗਵਾਚੀ ਸੀ? ਤੇ ਉਸ ਮਾਈ ਨੇ ਆਖਿਆ ਕਿ ਮੇਰੀ ਸੂਈ ਘਰ ਦੇ ਵਿੱਚ ਗਵਾਚੀ ਸੀ। ਤੇ ਮਨੁੱਖ ਨੇ ਆਖਿਆ ਜੇ ਘਰ ਦੇ ਵਿੱਚ ਗਵਾਚੀ ਸੀ ਤੇ ਉਹ ਲੱਭੇਗੀ ਵੀ ਘਰ ਦੇ ਵਿੱਚ। ਇਸੇ ਪ੍ਰਕਾਰ ਹੀ ਜਿਹੜਾ ਸੁੱਖ ਹੈ ਉਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਹੈ। ਜਿਵੇਂ ਵਿਦਾਂਤ ਦੇ ਅੰਦਰ ਇਹ ਇੱਕ ਵਿਚਾਰ ਆਉਂਦੀ ਹੈ ਕਿ ਇੱਕ ਬਾਹਰ ਮੁਖੀ ਬਿਰਤੀ ਹੁੰਦੀ ਹੈ, ਇੱਕ ਅੰਤਰੀਵ ਮੁਖ ਬਿਰਤੀ ਹੁੰਦੀ ਹੈ। ਬਾਹਰੀ ਮੁਖ ਬਿਰਤੀ ਤਾਂ ਇਹ ਹੁੰਦੀ ਹੈ ਕਿ ਸਿਰਫ ਆਪਣੇ ਸਰੀਰ ਦੀ ਸਜਾਵਟ ਦੇ ਵਿੱਚ ਲੱਗੇ ਰਹਿਣਾ, ਸਿਰਫ ਖਾਣਾ ਪੀਣਾ ਔਰ ਜਿਹੜੇ ਰਸ ਹਨ ਉਹਨਾਂ ਨੂੰ ਭੋਗਣ ਦੇ ਵਿੱਚ ਹੀ ਲੱਗੇ ਰਹਿਣਾ। ਇਹ ਤਾਂ ਹੁੰਦੀ ਹੈ ਬਾਹਰ ਮੁਖੀ ਬਿਰਤੀ। ਇੱਕ ਹੁੰਦੀ ਹੈ ਅੰਤਰੀਵ ਬਿਰਤੀ। ਜਿਵੇਂ ਗੁਰਬਾਣੀ ਦੇ ਅੰਦਰ ਆਪਾਂ ਇਹ ਬਚਨ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਇਹ ਮਨਾ ਤੂੰ ਉਹ ਪਰਮੇਸ਼ਰ ਵਾਹਿਗੁਰੂ ਦਾ ਜੋਤੀ ਸਰੂਪ ਹੈ। ਤੂੰ ਆਪਣਾ ਜਿਹੜਾ ਮੂਲ ਮੁੱਢ ਹੈ ਉਸ ਦੀ ਪਹਿਚਾਣ ਕਰ ਲੈਣਾ ਕਰ। ਇਸੇ ਪ੍ਰਕਾਰ ਹੀ ਜਿਹੜਾ ਸੁੱਖ ਹੈ ਅਸੀਂ ਬਾਹਰਲੀਆਂ ਵਸਤੂਆਂ ਦੇ ਵਿੱਚ ਭਾਲਦੇ ਹਾਂ। ਜਿਵੇਂ ਕਿਸੇ ਕੋਲ ਚਲਾਉਣ ਵਾਸਤੇ ਸਾਈਕਲ ਹੈ, ਉਹ ਸੋਚਦਾ ਹੈ ਕਿ ਜਦੋਂ ਕੋਈ ਮੋਟਰਸਾਈਕਲ ਲੈ ਲਵਾਂਗਾ ਫਿਰ ਮੈਨੂੰ ਸੁੱਖ ਮਿਲ ਜਾਵੇਗਾ। ਕੋਈ ਮੋਟਰਸਾਈਕਲ ਵਾਲਾ ਇਹ ਸੋਚਦਾ ਹੈ ਕਿ ਜਦੋਂ ਮੈਂ ਕੋਈ ਗੱਡੀ ਖਰੀਦ ਲਵਾਂਗਾ ਫਿਰ ਮੈਨੂੰ ਸੁੱਖ ਪ੍ਰਾਪਤ ਹੋ ਜਾਵੇਗਾ। ਪਰ ਅਸਲ ਦੇ ਅੰਦਰ ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਆਉਂਦੇ ਨੇ ਕਿ ਤ੍ਰਿਸ਼ਨਾ ਬਿਰਲੇ ਹੀ ਪੀ ਬੁਝੀ ਹੈ। ਜਿਵੇਂ ਸ੍ਰੀ ਸਰਬਲੋਕ ਗ੍ਰੰਥ ਦੇ ਅੰਦਰ ਵੀ ਇਹ ਪਾਵਨ ਬਚਨ ਆਉਂਦੇ ਹਨ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਆਖਦੇ ਹਨ ਕਿ ਤ੍ਰਿਸ਼ਨਾ ਸੋ ਅਗਾਤ ਨਾ ਕਾਹੂ ਕੀ ਸੁਣੀ ਹੈ। ਕਹਿੰਦੇ ਕਿ ਮੈਂ ਕਦੇ ਵੀ ਇਹ ਸੁਣਿਆ ਨਹੀਂ ਕਿ ਕਿਸੇ ਦੀ ਤ੍ਰਿਸ਼ਨਾ ਦੀ ਭੁੱਖ ਰੱਜ ਗਈ ਹੋਵੇ, ਕਿਉਂਕਿ ਇੱਕ ਹੁੰਦੀ ਹੈ ਆਸਾ, ਇੱਕ ਹੁੰਦੀ ਹੈ ਤ੍ਰਿਸ਼ਨਾ। ਜਿਹੜੀ ਆਸਾ ਹੈ ਉਹ ਤਾਂ ਪੂਰੀ ਹੋ ਜਾਂਦੀ ਹੈ। ਜਿਵੇਂ ਕਿਸੇ ਦੀ ਆਸਾ ਹੋਵੇ ਕਿ ਮੈਨੂੰ ਇੱਕ ਵਸਤੂ ਪ੍ਰਾਪਤ ਹੋ ਜਾਵੇ, ਇੱਕ ਵਸਤੂ ਪ੍ਰਾਪਤ ਹੋਣ ਤੋਂ ਬਾਅਦ ਜਦੋਂ ਫਿਰ ਵੀ ਇੱਛਾ ਬਣੀ ਰਹਿਣੀ ਕਿ ਮੈਨੂੰ ਆਹ ਵੀ ਮਿਲ ਜਾਵੇ, ਮੈਨੂੰ ਫਲਾਣੀ ਵਸਤੂ ਵੀ ਮਿਲ ਜਾਵੇ, ਇਸ ਦਾ ਨਾਮ ਹੈ ਤ੍ਰਿਸ਼ਨਾ। ਫਿਰ ਇਹ ਤ੍ਰਿਸ਼ਨਾ ਤਾਂ ਅੱਜ ਤੱਕ ਕਦੇ ਵੀ ਰੱਜੀ ਨਹੀਂ। ਜਿਵੇਂ ਵਿਦਵਾਨ ਤ੍ਰਿਸ਼ਨਾ ਦਾ ਉਦਾਹਰਨ ਜਿਹੜਾ ਅਗਨੀ ਦੇ ਨਾਲ ਦਿੰਦੇ ਨੇ। ਅਗਨੀ ਦੇ ਵਿੱਚ ਆਪਾਂ ਸਵੇਰ ਤੋਂ ਲੈ ਕੇ ਚਾਹੇ ਕਿੰਨੀਆਂ ਵੀ ਲੱਕੜਾਂ ਪਾਈ ਜਾਈਏ,
ਪਾਉਂਦਿਆਂ ਪਾਉਂਦਿਆਂ ਚਾਹੇ ਸਾਲ ਬੀਤ ਜਾਵੇ, ਚਾਹੇ 2 ਸਾਲ ਬੀਤ ਜਾਣ, ਪਰ ਕਦੇ ਵੀ ਜਿਹੜੀ ਅੱਗ ਹੈ ਉਹ ਇਹ ਨਹੀਂ ਆਖੇਗੀ ਕਿ ਮੇਰੇ ਵਿੱਚ ਲੱਕੜਾਂ ਨਾ ਪਾਵੋ। ਇਸੇ ਪ੍ਰਕਾਰ ਹੀ ਸਾਡੇ ਮਨ ਦੀ ਜਿਹੜੀ ਤ੍ਰਿਸ਼ਨਾ ਰੂਪੀ ਬਿਰਤੀ ਹੈ, ਇਸ ਦੀ ਹਾਲਤ ਹੈ। ਜਿਵੇਂ ਜਿਵੇਂ ਆਪਾਂ ਇਸ ਦੇ ਅੰਦਰ ਪਦਾਰਥਾਂ ਦਾ ਮੋਹ ਪਾਈ ਜਾਵਾਂਗੇ, ਜਿਹੜੀ ਪਦਾਰਥਾਂ ਦਾ ਲਾਲਚ ਹੈ ਉਸ ਨੂੰ ਪ੍ਰਾਪਤ ਕਰੀ ਜਾਵਾਂਗੇ, ਤਿਵੇਂ ਤਿਵੇਂ ਇਸ ਦੀ ਜਿਹੜੀ ਇੱਛਾ ਹੈ, ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ, ਉਹ ਦਿਨ ਬ ਦਿਨ ਵਧੀ ਜਾਵੇਗੀ। ਇਸ ਲਈ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਕਿ ਜਿਤ ਸੇਵਿਆ ਦੁਖ ਜਾਏ। ਜਿਸ ਪਰਮੇਸ਼ਰ ਵਾਹਿਗੁਰੂ ਨੂੰ ਸੇਵਨੇ ਕਰਕੇ, ਜਪਣੇ ਕਰਕੇ ਦੁੱਖ ਜਾਏ, ਦੁੱਖ ਚਲੇ ਜਾਂਦੇ ਹਨ, ਸੋਈ ਸੇਵੀਐ। ਐਸੇ ਪਰਮੇਸ਼ਰ ਵਾਹਿਗੁਰੂ ਨੂੰ ਹੀ ਜਪਣਾ ਕਰੀਏ, ਕਿਉਂਕਿ ਜਿਹੜਾ ਮਨੁੱਖ ਹੈ ਇਹ ਬਹੁਤਿਆਂ ਦੀ ਆਸਾ ਕਰਦਾ ਹੈ ਕਿ ਮੇਰੇ ਜਿਹੜੇ ਦੋਸਤ ਮਿੱਤਰ ਨੇ ਉਹ ਮੇਰੀ ਰੱਖਿਆ ਕਰਨਗੇ, ਮੇਰਾ ਜਿਹੜਾ ਪਰਿਵਾਰ ਹੈ ਉਹ ਮੇਰੀ ਸਾਂਭ ਸੰਭਾਲ ਕਰ ਲਵੇਗਾ। ਪਰ ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸਵੱਲੀ ਨਜ਼ਰ ਨਹੀਂ ਹੁੰਦੀ, ਉਨਾ ਚਿਰ ਕੋਈ ਵੀ ਮਨੁੱਖ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ। ਵਾਹਿਗੁਰੂ ਦਾ ਕੀ ਪਤਾ ਕਿ ਕਿਸ ਦਾ ਮਨ ਕਦੋਂ ਬਦਲ ਦੇਵੇ। ਇਸ ਲਈ ਜਿਹੜਾ ਸੁੱਖਾਂ ਦਾ ਸੋਮਾ ਪਰਮੇਸ਼ਰ ਵਾਹਿਗੁਰੂ ਹੈ, ਉਸ ਨੂੰ ਹੀ ਜਪਣਾ ਸੇਵਨਾ ਕਰੀਏ। ਅਵਗੁਣ ਅਭੰਜਨ ਗੁਣ ਰਵਹਿ, ਮਨ ਸੁਖ ਵਸੈ ਆਏ। ਸਤਿਗੁਰੂ ਜੀ ਅਖੀਰ ਦੇ ਅੰਦਰ ਇਹ ਬਚਨ ਉਚਾਰਨ ਕਰਦੇ ਹਨ ਕਿ ਜਿਹੜਾ ਗੁਣ ਰਵ ਹੈ ਅਵਗੁਣ ਮੰਨਣ। ਪਰਮੇਸ਼ਰ ਵਾਹਿਗੁਰੂ ਦੇ ਗੁਣ ਰਵਣ ਕਰਕੇ, ਉਚਾਰਨ ਕਰਨ ਕਰਕੇ ਜਿਹੜੇ ਅਵਗੁਣ ਹਨ, ਮਾੜੇ ਗੁਣ ਹਨ, ਉਹ ਵੰਜਨ ਚਲੇ ਜਾਂਦੇ ਹਨ, ਨਾਸ਼ ਹੋ ਜਾਂਦੇ ਨੇ। ਜਾਂ ਇਸ ਦਾ ਕਈ ਵਿਦਵਾਨ ਇਹ ਵੀ ਅਰਥ ਕਰਦੇ ਹਨ ਕਿ ਅਵਗੁਣ ਮੰਜਨ ਗੁਣ ਰਵ ਹੈ। ਜਦੋਂ ਗੁਣਾਂ ਦੇ ਨਾਲ ਸਾਡਾ ਮਿਲਾਪ ਹੋ ਜਾਵੇਗਾ, ਜਿਵੇਂ ਆਪਾਂ ਕਿਸੇ ਭਾਂਡੇ ਦੇ ਵਿੱਚ ਕੋਈ ਸਾਫ਼ ਵਸਤੂ ਪਾਉਣੀ ਹੋਵੇ, ਜਿਵੇਂ ਆਪਾਂ ਭਾਂਡੇ ਦੇ ਵਿੱਚ ਸਾਫ਼ ਪਾਣੀ ਪਾਉਣਾ ਹੋਵੇ, ਪਹਿਲਾਂ ਸਾਨੂੰ ਜਿਹੜਾ ਗੰਦਾ ਪਾਣੀ ਹੈ ਉਸ ਨੂੰ ਕੱਢਣਾ ਪਵੇਗਾ। ਤੇ ਇਸੇ ਪ੍ਰਕਾਰ ਹੀ ਜਿਵੇਂ ਜਿਵੇਂ ਆਪਾਂ ਗੁਣਾਂ ਦੀ ਪ੍ਰਾਪਤੀ ਕਰਦੇ ਜਾਵਾਂਗੇ, ਜਿਹੜੇ ਅਵਗੁਣ ਮਾੜੇ ਸਾਡੇ ਵਿਕਾਰ ਹਨ, ਮਾੜੀਆਂ ਆਦਤਾਂ ਹਨ, ਉਹ ਵੰਜਨ ਚਲੇ ਜਾਣਗੇ, ਉਹਨਾਂ ਦਾ ਨਾਸ਼ ਹੋ ਜਾਵੇਗਾ। ਫਿਰ ਕਹਿੰਦੇ ਕਿ ਇਸ ਦਾ ਫਲ ਕੀ ਪ੍ਰਾਪਤ ਹੋਵੇਗਾ? ਮਨ ਸੁਖ ਵਸੈ ਆਏ। ਤੇ ਸਾਡੇ ਮਨ ਦੇ ਅੰਦਰ, ਹਿਰਦੇ ਦੇ ਅੰਦਰ ਜਿਹੜਾ ਸੁੱਖਾਂ ਦਾ ਦਾਤਾ ਪਰਮੇਸ਼ਰ ਵਾਹਿਗੁਰੂ ਹੈ, ਉਹ ਆ ਕੇ ਵਸ ਜਾਵੇਗਾ। ਇਸ ਲਈ ਜਿਹੜੀ ਸदैवी ਸੁੱਖ ਹੈ, ਕਿਉਂਕਿ ਸੁੱਖ ਵੀ ਕਈ ਪ੍ਰਕਾਰ ਦੇ ਨੇ, ਜਿਹੜਾ ਸੁੱਖ ਹੈ ਸਾਨੂੰ ਰਸਾਂ ਦੇ ਵਿੱਚੋਂ ਵੀ ਪ੍ਰਾਪਤ ਹੁੰਦਾ ਹੈ। ਕਿਸੇ ਨੂੰ ਜਿਹੜਾ ਸੁੱਖ ਹੈ ਉਹ ਰਸ ਭੋਜਨ ਦੇ ਵਿੱਚ ਵੀ ਪ੍ਰਾਪਤ ਹੁੰਦਾ ਹੈ, ਕਿਸੇ ਨੂੰ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚੋਂ ਰਸ ਪ੍ਰਾਪਤ ਹੁੰਦਾ ਹੈ। ਪਰ ਜਿਹੜਾ ਐਸਾ ਸੁੱਖ ਹੈ ਉਹ ਅਖੀਰ ਦੇ ਅੰਦਰ ਦੁਖਦਾਈ ਹੀ ਹੁੰਦਾ ਹੈ। ਪਰ ਜਿਹੜਾ ਅਸਲ ਸੁੱਖ ਹੈ ਸदैवी ਕਾਲ ਦਾ, ਉਹ ਹੈ ਪਰਮਾਨੰਦ। ਜਿਹੜਾ ਪਰਮ ਐਸ਼ਵਰ ਵਿਭੂਤੀ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ, ਸਿਰਫ ਉਸ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਸੋ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਕਿਰਪਾ ਕਰਨ। ਇਹ ਜਿਹੜੇ ਪਾਵਨ ਜੋ ਕਥਾ ਵਿਚਾਰ ਸ਼ਰਵਣ ਕੀਤੀ ਹੈ, ਇਸ ਦੇ ਨਾਲ ਨਾਲ ਸਾਡੇ ਮਨ ਦੇ ਅੰਦਰ ਇਹ ਵਸ ਜਾਵੇ। ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਗੁਰ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਸੋਈ ਸੇਵੀਐ